ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰੂ ਸਾਹਿਬ ਦੀ ਕਿਰਪਾ ਸਦਕਾ ਜਪਜੀ ਸਾਹਿਬ ਦੀ 20ਵੀਂ ਪੌੜੀ ਦੀ ਵਿਚਾਰ ਕਰਨੀ ਹੈ ਜੀ। ਗੁਰੂ ਸਾਹਿਬ ਸਿਰ ਤੇ ਮੇਰ ਭਰਿਆ ਹੱਥ ਰੱਖ ਕੇ ਆਪਣੀ ਸੇਵਾ ਆਪ ਲੈ ਲੈਣ। ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰਸ ਖੇਹ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ। ਭਰੀਐ ਮਤ ਪਾਪਾ ਕੈ ਸੰਗ, ਉਹ ਧੋਪੈ ਨਾ ਵਹਿ ਕੈ ਰੰਗ। ਪੁੰਨੀ ਪਾਪੀ ਆਖਣ ਨਾਹੀਂ, ਕਰ ਕਰ ਕਰਣਾ ਲਿਖ ਲੈ ਜਾਓ। ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਵੋ। ਗੁਰੂ ਸਾਹਿਬ ਦੀ ਕਿਰਪਾ ਸਦਕਾ ਹੁਣ ਸਾਨੂੰ ਗੁਰੂ ਸਾਹਿਬ ਸਮਝਾਉਣਾ ਚਾਹੁੰਦੇ ਇਸ ਪੌੜੀ ਵਿੱਚ ਕੁਦਰਤ ਦੇ ਬਾਰੇ ਦੱਸਣ ਤੋਂ ਬਾਅਦ ਸਾਡੇ ਤੇ ਇੱਕ ਹੋਰ ਕਿਰਪਾ ਕਰਨਾ ਚਾਹੁੰਦੇ ਆ। ਸਾਨੂੰ ਹੁਣ ਕੁਝ ਐਗਜ਼ਾਮਪਲ ਦੇ ਕੇ, ਕੁਝ ਮਿਸਾਲ ਦੇ ਕੇ, ਕੁਝ ਉਦਾਹਰਣ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕਰ ਰਹੇ, ਯਤਨ ਕਰ ਰਹੇ ਹਾਂ ਕਿ ਭਰੀਐ ਹੱਥ ਪੈਰ ਤਨ ਦੇਹ, ਕਿ ਜੋ ਹੱਥਾਂ ਪੈਰਾਂ ਨੂੰ ਜੋ ਮਿੱਟੀ ਲੱਗ ਜਾਂਦੀ ਹੈ, ਜੋ ਸਾਡੇ ਸਰੀਰ ਨੂੰ ਮਿੱਟੀ ਲੱਗ ਜਾਂਦੀ ਹੈ। ਪਾਣੀ ਧੋਤੈ ਉਤਰਸ ਖੇਹ, ਉਸ ਨੂੰ ਪਾਣੀ ਦੇ ਨਾਲ ਧੋਤਾ ਜਾ ਸਕਦਾ ਹੈ। ਉਹ ਜੋ ਮੈਲ ਹੈ ਪਾਣੀ ਦੇ ਨਾਲ ਆਸਾਨੀ ਨਾਲ ਉਤਰ ਜਾਂਦੀ ਹੈ, ਕਿਉਂਕਿ ਮਨੁੱਖ ਦਾ ਸੁਭਾਅ ਰਿਹਾ ਹੈ ਬਾਹਰ ਮੁਖੀ, ਤੇ ਹਮੇਸ਼ਾ ਇਹਦੀ ਕੋਸ਼ਿਸ਼ ਰਹੀ ਹੈ ਕੁਛ ਨਾ ਕੁਛ ਨਵੀਂ ਤੋਂ ਨਵੀਂ ਖੋਜ ਕੱਢਣ ਦੀ। ਤੇ ਜੋ ਅਗਲੀ ਜਿਹੜੀ ਤੁਕ ਹੈ ਉਹ ਇਸ ਨੂੰ ਮਿਸਾਲ ਦੇ ਤੌਰ ਤੇ ਹੋਰ ਸਾਨੂੰ ਕਲੀਅਰ ਕਰਦੀ ਹੈ। ਮੂਤ ਪਲੀਤੀ ਕੱਪੜ ਹੋਏ, ਮੂਤ ਭਾਵ ਮਲ ਮੂਤ, ਪਲੀਤੀ ਬਹੁਤ ਜ਼ਿਆਦਾ, ਕੱਪੜ ਹੋਏ ਕਿ ਅਗਰ ਕੱਪੜੇ ਜਿਹੜੇ ਆ ਉਹ ਕੁਝ ਜ਼ਿਆਦਾ ਹੀ ਮੈਲੇ ਹੋ ਜਾਣ, ਭਾਵ ਜਿਵੇਂ ਮਲ ਮੂਤਰ ਨਾਲ ਭਰ ਜਾਣ, ਜਾਂ ਬਹੁਤ ਹੱਦ ਤੱਕ ਕਹਿ ਸਕਦੇ ਹਾਂ ਕਿ ਗੰਦੇ ਹੋ ਜਾਣ, ਤੇ ਫਿਰ ਉਸ ਕੱਪੜੇ ਨਾਲ ਨਹੀਂ ਧੋਪੇ ਜਾ ਸਕਦੇ। ਉਹਦੇ ਲਈ ਫਿਰ ਲੋੜ ਪੈਂਦੀ ਹੈ ਦੇ ਸਾਬੂਣ ਲਈਐ ਉਹ ਧੋਏ। ਸਾਬੂਣ ਤੋਂ ਭਾਵ ਕਈ ਤਰ੍ਹਾਂ ਦੇ ਅੱਜ ਕੱਲ੍ਹ ਜਿਹੜੇ ਹੁਣ ਡਿਟਰਜੈਂਟ ਆ ਗਏ ਆ, ਉਹ ਵੀ ਵਰਤੋਂ ਵਿੱਚ ਆਉਂਦੇ ਆ। ਤੇ ਹੋਰ ਵੀ ਅਸੀਂ ਕਹਿ ਸਕਦੇ ਹਾਂ ਕਿ ਸਿਰਫ ਪਾਣੀ ਦੇ ਨਾਲ ਗੱਲ ਨਹੀਂ ਬਣਦੀ। ਜੇ ਕੱਪੜਾ ਵੱਧ ਮੈਲਾ ਹੋ ਜਾਵੇ ਤੇ ਇਸੇ ਤਰੀਕੇ ਨਾਲ ਇੱਥੇ ਇੱਕ ਇਸ਼ਾਰਾ ਸਾਨੂੰ ਮਿਲ ਗਿਆ ਕਿ ਅਗਰ ਕਿਸੇ ਨੇ ਆਪਣੀ ਪੂਰੀ ਜ਼ਿੰਦਗੀ ਵਿਕਾਰਾਂ ਵਿੱਚ ਹੀ ਕੱਢੀ ਹੈ ਤੇ ਕੁਝ ਜ਼ਿਆਦਾ ਹੀ ਪਾਪ ਕਮਾਏ ਹਨ, ਕਿਉਂਕਿ ਸਾਨੂੰ ਆਪ ਨਹੀਂ ਪਤਾ ਕਿ ਅਸੀਂ ਕਿੰਨੀ ਵਾਰ ਇਸ ਦੁਨੀਆ ਵਿੱਚ ਪਹਿਲਾਂ ਵੀ ਆ ਚੁੱਕੇ ਹਾਂ, ਕਈ ਜਨਮਾਂ ਤੋਂ ਤੁਰੇ ਆ ਰਹੇ ਹਾਂ। ਤੇ ਕਈ ਵਾਰ ਮਨੁੱਖ ਝਾਤ ਮਾਰ ਕੇ ਕਹਿ ਦਿੰਦਾ ਹੈ, ਸਾਲ 2 ਸਾਲ ਪਿੱਛੇ ਆਪਣਾ ਵੇਖਦਾ ਤੇ ਕਹਿੰਦਾ ਮੈਂ ਕਿਹੜਾ ਕੋਈ ਮਾੜਾ ਕਰਮ ਕੀਤਾ ਹੈ ਜੋ ਮੇਰੇ ਨਾਲ ਇੰਨਾ ਮਾੜਾ ਹੋ ਰਿਹਾ ਹੈ, ਜਾਂ ਫਿਰ ਕਹਿੰਦਾ ਵੀ ਗੁਰੂ ਸਾਹਿਬ ਦੀ ਕਿਰਪਾ ਨਹੀਂ ਹੋ ਰਹੀ, ਰਸ ਨਹੀਂ ਆ ਰਿਹਾ ਜ਼ਿੰਦਗੀ ਵਿੱਚ। ਤੇ ਜਿਹੜੀ ਚੀਜ਼ ਜਿਹੜੀ ਹੈ ਉਹ ਪਹਿਲੇ ਹੀ ਵਾਧੂ ਮੈਲੀ ਹੋਵੇ, ਕਹਿਣ ਤੋਂ ਭਾਵ ਇੱਕ ਭਾਂਡਾ ਪਹਿਲੇ ਹੀ ਗੰਦ ਦੇ ਨਾਲ ਭਰਿਆ ਹੋਇਆ ਹੈ, ਤੇ ਪਹਿਲੇ ਤੇ ਉਹ ਗੰਦ ਨੂੰ ਕੱਢਣਾ ਪਏਗਾ, ਫਿਰ ਉਹਨੂੰ ਧੋਣਾ ਪਏਗਾ, ਫਿਰ ਉਹਦੇ ਵਿੱਚ ਅਸੀਂ ਕੋਈ ਚੰਗੀ ਚੀਜ਼ ਪਾ ਸਕਦੇ ਹਾਂ। ਇਸੇ ਤਰੀਕੇ ਨਾਲ ਜੋ ਜੀਵਨ ਹੈ ਨਾ, ਅਸੀਂ ਇਸ ਨੂੰ ਸਿਰਫ ਸਾਲ 2 ਸਾਲ ਜਿੰਨੀ ਕੁ ਸਾਡੀ ਮੈਮਰੀ ਹੈ, ਕੋਈ 5 ਜਾਂ 10 ਸਾਲ ਵੇਖ ਲੇਗਾ ਆਪਣਾ ਪਿਛਲਾ, ਤੇ ਬਸ ਉਹਨੂੰ ਹੀ ਵੇਖ ਕੇ ਅਸੀਂ ਜੱਜ ਕਰਨ ਲੱਗ ਜਾਂਦੇ ਹਾਂ। ਪਰ ਇਹ ਨਹੀਂ ਧਿਆਨ ਰੱਖਦੇ ਕਿ ਸਮਾਂ ਲੱਗਦਾ ਹੈ। ਇੱਕ ਪੇੜ ਹੈ, ਉਸ ਨੂੰ ਵੱਡੇ ਹੋਣ 'ਚ ਵੀ ਸਮਾਂ ਲੱਗਦਾ ਹੈ। ਪਹਿਲੇ ਉਹ ਛੋਟਾ ਜਿਹਾ ਬੀਜ ਤੇ ਹੁੰਦਾ ਹੈ ਨਾ, ਉਹਨੂੰ ਵੀ ਸਮਾਂ ਲੱਗਦਾ ਹੈ ਵੱਡੇ ਹੋਣ 'ਚ। ਬੱਚਾ ਵੀ 1 ਜਾਂ 2 ਦਿਨਾਂ 'ਚ ਨਹੀਂ ਹੋ ਜਾਂਦਾ, ਬੱਚੇ ਨੂੰ ਵੀ ਪੈਦਾ ਹੋਣ 'ਚ ਸਮਾਂ ਲੱਗਦਾ ਹੈ। ਕਹਿਣ ਤੋਂ ਭਾਵ ਹਰ ਚੀਜ਼ ਲਈ ਸਮਾਂ ਲੱਗਦਾ ਹੈ। ਤੇ ਸਬਰ ਜਿਹੜਾ ਹੈ, ਜਿਹੜਾ ਸੰਤੋਖ ਹੈ, ਉਹ ਬਹੁਤ ਵੱਡੀ ਜਿਹੜੀ ਹੈ ਕਹਿ ਸਕਦੇ ਹਾਂ ਦਾਤ ਹੈ ਗੁਰੂ ਸਾਹਿਬ ਸਭ ਨੂੰ ਦੇਣ, ਕਿ ਸਬਰ ਰੱਖਣਾ ਬੜਾ ਜ਼ਰੂਰੀ ਹੈ। ਤੇ ਇੱਥੇ ਗੁਰੂ ਸਾਹਿਬ ਇਹੀ ਸਮਝਾਉਣਾ ਚਾਹੁੰਦੇ ਆ। ਹੁਣ ਕਈ ਵਾਰ ਬੱਚਾ ਮੰਨ ਲਓ ਹੁਣੇ ਮਿੱਟੀ 'ਚ ਖੇਡ ਕੇ ਆਇਆ, ਕੋਈ ਬਹੁਤ ਜ਼ਿਆਦਾ
ਦਾਗੀ ਕਰਕੇ ਲੈ ਕੇ ਆ ਗਿਆ ਕੱਪੜੇ ਨੂੰ, ਤੇ ਹੁਣ ਕੀ ਕਰੀਏ? ਕਈ ਵਾਰ ਇੱਕ ਵਾਰ ਧੋਣ ਨਾਲ ਗੱਲ ਨਹੀਂ ਬਣਦੀ, ਦੁਬਾਰਾ ਧੋਣਾ ਪੈਂਦਾ, ਉਹਨੂੰ ਬਾਰ-ਬਾਰ ਕਈ ਵਾਰ ਧੋਣਾ ਪੈਂਦਾ ਹੈ, ਤਾਂ ਜਾ ਕੇ ਉਹ ਦਾਗ ਮਿਟਦਾ ਹੈ। ਤੇ ਗੁਰੂ ਸਾਹਿਬ ਉਹੀ ਕਹਿ ਰਹੇ ਕਿ ਮੂਤ ਪਲੀਤੀ ਕੱਪੜ ਹੋਏ, ਜੇ ਮਲ ਮੂਤਰ ਦੇ ਨਾਲ ਕੱਪੜਾ ਜਿਹੜਾ ਹੈ ਉਹ ਵਾਧੂ ਮੈਲਾ ਹੋ ਜਾਵੇ ਤੇ ਦੇ ਸਾਬੂਣ ਲਈਏ ਉਹ ਧੋਏ, ਫਿਰ ਸਾਬੁਣ ਦੇ ਨਾਲ ਉਹਨੂੰ ਧੋਣ ਦੀ ਲੋੜ ਪੈਂਦੀ ਹੈ। ਯਾਨੀ ਕਿ ਕਿਤੇ ਨਾ ਕਿਤੇ ਲੋੜ ਪਈ ਤੇ ਉਹਦਾ ਨਾਲ ਦੇ ਨਾਲ ਹੱਲ ਵੀ ਨਿਕਲ ਗਿਆ, ਜੋ ਕਿ ਮਨੁੱਖ ਅਕਸਰ ਕਰਦਾ ਆਇਆ ਹੈ ਕਿ ਜਦ ਵੀ ਕੋਈ ਲੋੜ ਨਜ਼ਰ ਆਉਂਦੀ ਹੈ ਤੇ ਕਿਤੇ ਨਾ ਕਿਤੇ ਉਹਦਾ ਹੱਲ ਵੀ ਕੱਢ ਲੈਂਦਾ ਹੈ। ਇਹ ਗੁਰੂ ਸਾਹਿਬ ਦੀ ਕਿਰਪਾ ਹੈ, ਗੁਰੂ ਸਾਹਿਬ ਨੇ ਉਹਨੂੰ ਇੰਨੀ ਸਮਰੱਥਾ ਬਖਸ਼ੀ ਹੈ ਸਭ ਕੁਝ ਕੁਦਰਤ ਵਿੱਚ ਹੀ, ਪਰ ਉਹੀ ਹੈ ਕਿ ਖੋਜਣਾ ਪੈਂਦਾ, ਲੱਭਣਾ ਪੈਂਦਾ ਹੈ, ਤੇ ਜੋ ਖੋਜਦਾ ਉਹਨੂੰ ਮਿਲਦੇ ਆ। ਤੇ ਇਹ ਸਾਬੁਣ ਵੀ ਕਹਿ ਸਕਦੇ ਇੱਕ ਕਾਰਡ ਹੈ, ਭਾਵੇਂ ਸਾਡੇ ਲਈ ਆਮ ਹੈ, ਪਰ ਇਹਦਾ ਵੀ ਆਪਣਾ ਇੱਕ ਮਾਇਨਾ ਹੈ, ਆਪਣਾ ਇੱਕ ਕਹਿ ਸਕਦੇ ਹਾਂ ਕਿ ਵੱਖ ਦਰਜਾ ਹੈ। ਭਰੀਐ ਮਤ ਪਾਪਾ ਕੇ ਸੰਗ। ਹੁਣ ਗੁਰੂ ਸਾਹਿਬ ਇਸ ਨੂੰ ਰਿਲੇਟ ਕਰਨਾ ਚਾਹੁੰਦੇ ਆ ਜੋ ਪਾਪ ਨੇ, ਜੋ ਬੰਦਾ ਪਾਪ ਕਮਾ ਰਿਹਾ ਉਹਦੇ ਨਾਲ, ਕਿ ਭਰੀਐ ਮਤ ਵਿੱਚ, ਇਹਦੇ ਮਤ ਜੋ ਹੈ ਤੱਤੇ ਦੇ ਨਾਲ ਸਿਆਰੀ ਹੈ, ਯਾਨੀ ਕਿ ਮਤ ਵਿੱਚ ਭਰੀਐ, ਜੋ ਮਤ ਵਿੱਚ ਜੋ ਅਸੀਂ ਪਾਪ ਭਰ ਰਹੇ ਹਾਂ, ਪਾਪਾ ਕੇ ਸੰਗ ਭਾਵ ਪਾਪਾ ਦੇ ਨਾਲ, ਇਹ ਜੋ ਸਾਡੀ ਜਿਹੜੀ ਮਤ ਹੈ ਇਹ ਜੋ ਭਰੀ ਜਾ ਰਹੀ ਹੈ, ਮੈਲੀ ਹੋਈ ਜਾ ਰਹੀ ਹੈ, ਗੁਰੂ ਸਾਹਿਬ ਦੱਸਣਾ ਚਾਹੁੰਦੇ ਕਿ ਇਹਦੇ ਲਈ ਹੁਣ ਕੀ ਕੀਤਾ ਜਾ ਸਕਦਾ ਹੈ। ਗੁਰੂ ਸਾਹਿਬ ਕਹਿੰਦੇ ਉਹ ਧੋਪੈ ਨਾਵੇਂ ਕਹਿ ਰੰਗ, ਜੋ ਮਤ ਜਿਹੜੀ ਹੈ ਉਹ ਪਾਪਾ ਦੇ ਨਾਲ ਮਲੀਨ ਹੋ ਚੁੱਕੀ ਹੈ, ਉਹ ਸਿਰਫ ਤੇ ਸਿਰਫ ਨਾਮ ਦੇ ਰੰਗ ਦੇ ਨਾਲ ਹੀ ਧੋਤੀ ਜਾ ਸਕਦੀ ਹੈ। ਹੁਣ ਇੱਕ ਵਾਰ ਫਿਰ ਅਸੀਂ ਥੋੜਾ ਜਿਹਾ ਰਿਵਾਈਜ਼ ਕਰ ਲਈਏ ਕਿ ਅਸਲ ਵਿੱਚ ਪਾਪ ਹੈ ਕੀ। ਪਾਪ ਉਹੀ ਹੈ ਜੋ ਕੋਈ ਅਜਿਹਾ ਕਰਮ ਅਸੀਂ ਕੀਤਾ ਜਿਸ ਨਾਲ ਕਿਸੇ ਦੂਸਰੇ ਨੂੰ ਨੁਕਸਾਨ ਹੋਇਆ, ਉਹ ਪਾਪ ਹੈ। ਉਹ ਕੋਈ ਵੀ ਜੀਵ ਹੋ ਸਕਦਾ ਹੈ, ਉਹ ਕੋਈ ਵੀ ਇਨਸਾਨ ਹੋ ਸਕਦਾ ਹੈ, ਕੋਈ ਵੀ ਵਸਤੂ ਹੋ ਸਕਦੀ। ਕਹਿਣ ਤੋਂ ਭਾਵ ਜਿਹਦੇ ਨਾਲ ਅਸੀਂ ਦੂਜੇ ਦਾ ਨੁਕਸਾਨ ਕਰ ਦਿੱਤਾ, ਦੂਜੇ ਨੂੰ ਚੋਟ ਪਹੁੰਚਾ ਦਿੱਤੀ, ਉਹ ਪਾਪ ਹੈ। ਜਿਵੇਂ ਕਿਸੇ ਜੀਵ ਦੀ ਹੱਤਿਆ ਕਰ ਦੇਣਾ ਪਾਪ ਹੈ, ਕਿਸੇ ਵੀ ਤਰੀਕੇ ਨਾਲ ਦੂਜੇ ਨੂੰ ਦਰਦ ਪਹੁੰਚਾਉਣਾ ਪਾਪ ਹੈ। ਤੇ ਜਦ ਇਹ ਪਾਪ ਦੇ ਨਾਲ ਜਿਹੜੀ ਹੈ ਸਾਡੀ ਮਤ ਭਰਦੀ ਹੈ ਤੇ ਸਿਰਫ ਨਾਮ ਦੇ ਰੰਗ ਦੇ ਨਾਲ ਜਿਹੜੀ ਹੈ ਇਸ ਨੂੰ ਧੋਇਆ ਜਾ ਸਕਦਾ ਹੈ। ਉਹ ਧੁੱਪ ਹੈ ਨਾਵੇਂ ਕਹਿ ਰੰਗ, ਪੁੰਨੀ ਪਾਪੀ ਆਖਣ ਨਾ ਹੈ। ਹੁਣ ਅਕਸਰ ਜਿਹੜਾ ਹੈ ਉਹ ਇੱਕ ਸਟੂਡੈਂਟ ਹੀ ਦੂਜੇ ਸਟੂਡੈਂਟ ਦਾ ਫੈਸਲਾ ਕਰਨ ਲੱਗ ਜਾਂਦਾ ਹੈ, ਇਹ ਸਟੂਡੈਂਟ ਤੇ ਨਾਲਾਇਕ ਹੈ, ਇਹ ਸਟੂਡੈਂਟ ਤੇ ਹੁਸ਼ਿਆਰ ਹੈ। ਇਸੇ ਤਰੀਕੇ ਨਾਲ ਜਿਹੜਾ ਇਨਸਾਨ ਹੈ ਉਹ ਵੀ ਇੱਕ ਦੂਜੇ ਦੇ ਫੈਸਲੇ ਆਪ ਹੀ ਕਰ ਲੈਂਦਾ ਹੈ ਕਿ ਉਹ ਮਨੁੱਖ ਬੜਾ ਚੰਗਾ ਹੈ, ਉਹ ਮਨੁੱਖ ਬੜਾ ਮਾੜਾ ਹੈ। ਪਰ ਗੁਰੂ ਸਾਹਿਬ ਕਹਿੰਦੇ ਕਿ ਬਈ ਪੁੰਨੀ ਜਾਂ ਪਾਪੀ ਜਿਹੜੀ ਹੈ ਨਾ, ਉਹ ਸਿਰਫ ਕਹਿਣ ਮਾਤਰ ਗੱਲ ਨਹੀਂ ਹੈ, ਆਖਣ ਨਾ ਹੀ, ਸਿਰਫ ਕਹਿ ਕੇ ਨਹੀਂ ਬਣਿਆ ਜਾ ਸਕਦਾ। ਕੋਈ ਆਪਣੇ ਆਪ ਨੂੰ ਕਹਿ ਦੇ ਕਿ ਹਾਂਜੀ ਮੈਂ ਬਹੁਤ ਵੱਡਾ ਪੁੰਨੀ ਆ, ਕੋਈ ਕਹਿ ਦੇ ਮੈਂ ਬਹੁਤ ਵੱਡਾ ਪਾਪੀ ਆ। ਗੁਰੂ ਸਾਹਿਬ ਕਹਿੰਦੇ ਨਹੀਂ, ਦੋਨੋਂ ਹੀ ਜਿਹੜੇ ਆ ਉਹਨਾਂ ਦੇ ਸਿਰਫ ਕਹਿਣ ਮਾਤਰ ਦੇ ਨਾਲ ਗੱਲ ਨਹੀਂ ਬਣੇਗੀ। ਕਈ ਵਾਰ ਅਸੀਂ ਵੇਖਿਆ, ਅਕਸਰ ਅਸੀਂ ਕਹਿ ਦਿੰਦੇ ਹਾਂ ਕਈ ਵਾਰ ਅਸੀਂ ਤੇ ਪਾਪੀ ਬੰਦੇ, ਕਈ ਦਿਖਾਵਾ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਅਸੀਂ ਬੜੇ ਵੱਡੇ ਪੁੰਨੀ ਆ, ਪਰ ਗੁਰੂ ਸਾਹਿਬ ਕਹਿੰਦੇ ਆ ਸਿਰਫ ਕਹਿਣ ਮਾਤਰ ਗੱਲ ਨਹੀਂ ਹੈ। ਕਰ ਕਰ ਕਰਨਾ ਲਿਖ ਲੈ ਜਾਓ। ਇਹ ਤੇ ਕੀਤੇ ਹੋਏ ਜਿਹੜੇ ਕਰਮ ਹੈ ਨਾ, ਉਸ ਹਿਸਾਬ ਦੇ ਨਾਲ ਹੀ ਅਗਲਾ ਜਿਹੜਾ ਸਾਡਾ ਆਉਣ ਵਾਲਾ ਭਵਿੱਖ ਹੈ ਜਾਂ ਸਾਡੀ ਅੰਦਰਲੀ ਜਿਹੜੀ ਮਤ ਹੈ ਉਹ ਬਦਲਦੀ ਹੈ। ਕਰ ਕਰ ਕਰਨਾ, ਕਰ ਕਰਕੇ ਜਿਹੜੇ ਕਰਮ ਨੇ, ਕਰਨਾ ਮੀਨਸ ਕਰਮ ਕਰ ਕਰਕੇ ਲਿਖ ਲੈ ਜਾਓ। ਲਿਖ ਲੈ ਜਾਓ ਭਾਵ ਅਰਥ ਕਿ ਅਸੀਂ ਕਮਾ ਕੇ ਲੈ ਕੇ ਜਾਣਾ। ਕਿੱਥੇ ਲੈ ਕੇ ਜਾਣਾ ਹੈ? ਜਦ ਅਸੀਂ ਆਪਣੇ ਉਹਨਾਂ ਨੂੰ ਅੰਦਰ ਲੈ ਕੇ ਜਾਵਾਂਗੇ, ਸੰਸਕਾਰਾਂ ਨੂੰ, ਜੋ ਬਾਹਰ ਮੁਖੀ ਸੰਸਕਾਰ ਅਸੀਂ ਕਮਾ ਰਹੇ ਹਾਂ, ਕਿਉਂਕਿ ਸਰੀਰ ਦਾ ਅਸਰ ਜਿਹੜਾ ਹੈ ਉਹ ਸਾਡੇ ਮਨ ਤੇ ਬਹੁਤ ਜ਼ਿਆਦਾ ਹੈ। ਜੋ ਸਾਡਾ ਮਨ ਦੀ ਜੋ ਅਵਸਥਾ ਹੈ ਉਹ ਕਿਤੇ ਨਾ ਕਿਤੇ ਜੋ ਬਾਹਰ ਦੇ ਮਾਹੌਲ ਦੇ ਨਾਲ ਬਹੁਤ ਜ਼ਿਆਦਾ ਪ੍ਰਭਾਵਿਤ ਹੈ। ਅਗਰ ਤੁਸੀਂ ਘਰ ਬੈਠ ਕੇ ਪਾਠ ਕਰ ਰਹੇ ਹੋ, ਕਈ ਵਾਰ ਹੋ ਜਾਂਦਾ ਹੈ ਉਹ ਮਾਹੌਲ ਨਹੀਂ ਬਣ ਪਾਉਂਦਾ, ਪਰ ਸੰਗਤ ਵਿੱਚ ਜਾ ਕੇ ਤੁਸੀਂ ਕੀਰਤਨ ਸੁਣ ਰਹੇ ਹੋ ਜਾਂ ਪਾਠ ਕਰ ਰਹੇ ਹੋ, ਉਹਦੇ ਵਿੱਚ ਗੁਰੂ ਸਾਹਿਬ ਦੀ ਕਿਰਪਾ ਸਦਕਾ ਇੱਕ ਆਟੋਮੈਟਿਕ ਹੀ ਸਹਿਜ ਹੀ ਅਲੱਗ ਤੋਂ ਇਕਾਗਰਤਾ ਸਾਨੂੰ ਮਿਲ ਜਾਂਦੀ ਹੈ, ਸਹਿਜ ਹੀ ਮਿਲ ਜਾਂਦੀ ਹੈ। ਕਿਉਂਕਿ ਅਸੀਂ ਥੋੜਾ ਜਿਹਾ ਹੋਰ ਵੱਧ ਸੁਚੇਤ ਹੋਣਾ ਪੈਂਦਾ ਹੈ, ਕਿਉਂਕਿ ਸੰਗਤ ਵਿੱਚ ਬੈਠੇ ਹੁੰਦੇ ਆ। ਕਹਿਣ ਤੋਂ ਭਾਵ ਕਿਤੇ ਨਾ ਕਿਤੇ ਪ੍ਰਭਾਵ ਤੇ ਪੈਂਦਾ ਹੈ।
ਤੇ ਕਰ ਕਰਨਾ ਜੋ ਅਸੀਂ ਕਰੀ ਜਾ ਰਹੇ, ਕਰਮ ਕਰੀ ਜਾ ਰਹੇ, ਕੀ ਹੋ ਰਿਹਾ? ਸਾਡਾ ਮਨ ਉਸੇ ਤਰੀਕੇ ਨਾਲ ਤਿਆਰ ਹੋਈ ਜਾ ਰਿਹਾ। ਤੇ ਉਹੀ ਜੋ ਹੁਣ ਅਸੀਂ ਵਰਤਮਾਨ ਵਿੱਚ ਕਰ ਰਹੇ ਹਾਂ, ਲਿਖ ਲੈ ਜਾਓ, ਅੱਗੇ ਆਉਣ ਵਾਲੇ ਸਮੇਂ ਵਿੱਚ ਅਸੀਂ ਨਾਲ ਲੈ ਕੇ ਜਾਣੇ, ਉਹੀ ਸਾਡੇ ਸੰਸਕਾਰ ਬਣ ਜਾਣੇ। ਇਹ ਗੁਰੂ ਸਾਹਿਬ ਸਾਨੂੰ ਦੱਸਣਾ ਚਾਹੁੰਦੇ ਆ, ਕਿਉਂਕਿ ਜੋ ਅਸੀਂ ਕਰ ਰਹੇ ਹਾਂ ਉਹ ਅੰਦਰ ਕਿਤੇ ਨਾ ਕਿਤੇ ਜੋ ਮਸ਼ੀਨ ਹੈ ਉਹਦੇ ਵਿੱਚ ਫੀਡ ਹੋਈ ਜਾ ਰਿਹਾ, ਤੇ ਉਹੀ ਸਾਡੇ ਸੰਸਕਾਰ ਬਣ ਕੇ ਕੱਲ ਨੂੰ ਵੱਧਦੇ ਜਾਣਗੇ। ਅਗਰ ਕੋਈ ਅੱਜ ਇੱਕ ਵਿਕਾਰ ਕਰ ਰਿਹਾ, ਉਸ ਨੂੰ ਛੱਡਣ ਦੀ ਕੋਸ਼ਿਸ਼ ਨਹੀਂ ਕਰ ਰਿਹਾ, ਤੇ ਕੀ ਹੋਏਗਾ? ਕੱਲ ਨੂੰ ਉਹ ਵਿਕਾਰ ਹੋਰ ਵੱਡਾ ਹੋਈ ਜਾਏਗਾ, ਉਸ ਨੂੰ ਛੋੜ ਨਹੀਂ ਪਾਏਗਾ। ਮੰਨ ਲਓ ਕਿਸੇ ਨੂੰ ਨਿੰਦਿਆ ਦੀ ਆਦਤ ਹੈ, ਚੁਗਲੀ ਦੀ ਆਦਤ ਹੈ, ਉਹ ਅੱਜ ਕੋਸ਼ਿਸ਼ ਨਹੀਂ ਕਰ ਰਿਹਾ, ਨਾਮ ਨਹੀਂ ਜਪ ਰਿਹਾ ਤੇ ਧਿਆਨ ਨਹੀਂ ਦੇ ਪਾ ਰਿਹਾ, ਉਹ ਕੱਲ ਨੂੰ ਹੋਰ ਵੱਡਾ ਕੀ ਬਣੇਗਾ? ਉਹਨੂੰ ਕਹਿ ਸਕਦਾ ਕਿ ਹੋਰ ਵੱਡਾ ਚੁਗਲਖੋਰ ਬਣ ਸਕਦਾ। ਝੂਠ ਬੋਲ ਰਿਹਾ, ਕੱਲ ਨੂੰ ਵੱਡਾ ਝੂਠਾ ਬਣੇਗਾ। ਮਤਲਬ ਕਿ ਜੋ ਵੀ ਉਹ ਆਪਣੇ ਅੰਦਰ ਪਾਈ ਜਾ ਰਿਹਾ, ਜਿਹੇ ਜਿਹੇ ਕਰਮ ਕਮਾਈ ਜਾ ਰਿਹਾ ਹੈ, ਉਹ ਜਿਹਾ ਉਹਦਾ ਸੁਭਾਅ ਬਣੀ ਜਾ ਰਿਹਾ, ਤੇ ਆਉਣ ਵਾਲੇ ਟਾਈਮ 'ਚ ਉਹ ਵਧੇਗਾ ਅਗਰ ਉਹਦਾ ਇਲਾਜ ਨਹੀਂ ਕੀਤਾ ਜਾਏਗਾ। ਇਹ ਸਾਨੂੰ ਅਕਸਰ ਆਮ ਡਾਕਟਰੀ ਸਲਾਹ ਵੀ ਮਿਲ ਜਾਂਦੀ ਹੈ ਕਿ ਅਗਰ ਕੋਈ ਛੋਟਾ ਜਿਹਾ ਇਨਫੈਕਸ਼ਨ ਹੈ, ਛੋਟੀ ਜਿਹੀ ਬਿਮਾਰੀ, ਤੇ ਉਹਦਾ ਉਸ ਵੇਲੇ ਉਹਨੂੰ ਕਿਉਰ ਕੀਤਾ ਜਾਏ ਤਾਂ ਕਿ ਕੱਲ ਨੂੰ ਵਧੇ ਨਾ। ਤੇ ਅਸੀਂ ਸਾਰੇ ਇਸ ਗੱਲ ਦਾ ਧਿਆਨ ਰੱਖਦੇ ਹਾਂ, ਖਾਸ ਕਰ ਕਿਉਂਕਿ ਅਸੀਂ ਬਾਹਰ ਮੁਖੀ ਹਾਂ ਤੇ ਬਾਹਰੀ ਅਜਿਹੀ ਗੱਲਾਂ ਦਾ ਤੇ ਖਾਸ ਧਿਆਨ ਰੱਖਦੇ ਹਾਂ। ਪਰ ਜੋ ਸਾਡੇ ਅੰਦਰ ਜਿਹੜੀ ਮਤ ਮਲੀਨ ਹੋ ਰਹੀ ਹੈ, ਜੋ ਵਿਕਾਰ ਇਸ ਵੇਲੇ ਸਾਡੇ ਅੰਦਰ ਜਿਹੜੇ ਪਨਪ ਰਹੇ ਹਨ, ਕੱਲ ਨੂੰ ਜਿਹੜੇ ਵੱਡੇ ਹੋ ਜਾਣਗੇ, ਉਸ ਵੱਲ ਸਾਡਾ ਧਿਆਨ ਜਿਹੜਾ ਹੈ ਉਹ ਬਹੁਤ ਘੱਟ ਹੁੰਦਾ ਹੈ। ਪਰ ਇਹ ਬੜੀ ਜ਼ਰੂਰੀ ਜਿਹੜੀ ਹੈ ਜੋ ਤੁਕ ਹੈ ਨਾ, ਇਸ ਲਈ ਇਸ ਉੱਤੇ ਥੋੜਾ ਜਿਹਾ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਹੈ ਕਿ ਕਰ ਕਰਨਾ, ਲਿਖ ਲੈ ਜਾਓ, ਧਿਆਨ ਰੱਖਣਾ ਪਏਗਾ। ਜੋ ਅਸੀਂ ਕਰਮ ਕਰ ਰਹੇ ਹਾਂ ਉਹੀ ਸਾਡੇ ਨਾਲ ਅੱਗੇ ਜਾਣੇ ਨੇ, ਵੱਡੇ ਹੋ ਰਹੇ ਨੇ। ਜ਼ਿੰਦਗੀ ਤੇ ਘਟ ਰਹੀ ਹੈ, ਪਰ ਅੰਦਰ ਦੇ ਜਿਹੜੇ ਵਿਕਾਰ ਆ, ਜੋ ਵੀ ਅਸੀਂ ਭਰ ਰਹੇ ਹਾਂ, ਅਗਰ ਕੁਝ ਚੰਗਾ ਭਰ ਰਹੇ ਹਾਂ ਤੇ ਉਹ ਚੰਗਾ ਵੀ ਅੱਗੇ ਵਧੇਗਾ। ਅਜਿਹੀ ਗੱਲ ਨਹੀਂ ਹੈ, ਸਾਨੂੰ ਧਿਆਨ ਰੱਖਣਾ ਪਏਗਾ। ਤਾਂ ਹੀ ਗੁਰੂ ਸਾਹਿਬ ਨੇ ਅਗਲੀ ਤੁਕ 'ਚ ਹੋਰ ਕਲੀਅਰ ਕਰ ਦਿੱਤਾ ਕਿ ਆਪੇ ਬੀਜ ਆਪੇ ਹੀ ਖਾਓ। ਧਿਆਨ ਰੱਖੀ ਮਨੁੱਖਾ ਇੱਕ ਗੱਲ ਦਾ ਕਿ ਜੋ ਵੀ ਤੂੰ ਬੀਜੇਗਾ, ਆਪੇ ਬੀਜ, ਆਪੇ ਹੀ ਤੈਨੂੰ ਬੀਜਣਾ ਹੈ। ਆਪੇ ਹੀ ਬੀਜ, ਚੱਜੇ ਨਾਲ ਸਿਆਰੀ ਹੈ, ਬੀਜ ਕੇ ਆਪੇ ਹੀ ਖਾਓ, ਤੈਨੂੰ ਆਪ ਹੀ ਖਾਣਾ ਪਏਗਾ। ਅਗਰ ਤੂੰ ਸੋਚ ਰਿਹਾ ਹੈ ਕਿ ਮੈਂ ਬੁਰਾ ਬੀਜਾਂ, ਤੂੰ ਆਪਣੇ ਵੱਲੋਂ ਤਾਂ ਸੋਚ ਰਿਹਾ ਦੂਜੇ ਦਾ, ਪਰ ਤੂੰ ਨਹੀਂ ਬੀਜ ਸਕਦਾ, ਕਿਉਂਕਿ ਗੁਰੂ ਸਾਹਿਬ ਕੀ ਕਹਿ ਰਹੇ? ਆਪੇ ਬੀਜ, ਆਪੇ ਹੀ ਤੈਨੂੰ ਬੀਜਣਾ ਪਏਗਾ। ਤੂੰ ਕਰ, ਕਿਉਂਕਿ ਕਰ ਕੌਣ ਰਿਹਾ? ਸੋਚ ਕੌਣ ਰਿਹਾ? ਦੂਜੇ ਦਾ ਬੁਰਾ ਸੋਚ ਕੌਣ ਰਿਹਾ? ਅਸੀਂ ਸੋਚ ਰਹੇ ਹਾਂ, ਯਾਨੀ ਕਿ ਅਸੀਂ ਬੀਜ ਰਹੇ ਹਾਂ। ਅਸੀਂ ਕਿਸੇ ਲਈ ਅਗਰ ਮੰਦੇ ਬੋਲ ਰਹੇ ਹਾਂ, ਫਿੱਕੇ ਬੋਲ ਰਹੇ ਹਾਂ, ਤੇ ਅਸੀਂ ਬੀਜ ਰਹੇ ਹਾਂ ਆਪੇ ਹੀ ਖਾਓ। ਤੇ ਆਉਣ ਵਾਲੇ ਟਾਈਮ ਤੇ ਉਹੀ ਅੱਗੇ ਜਾ ਕੇ ਪ੍ਰਫੁੱਲਿਤ ਹੋਣਗੇ, ਉਹਦਾ ਹੀ ਫਲ ਸਾਨੂੰ ਮਿਲੇਗਾ ਹੀ ਮਿਲੇਗਾ। ਜੋ ਵੀ ਅਸੀਂ ਬੀਜ ਬੋਵਾਂਗੇ ਉਹੀ ਸਾਨੂੰ ਅੱਗੇ ਜਾ ਕੇ ਉਹਦਾ ਹੀ ਫਲ ਮਿਲਣਾ ਹੈ। ਇਹ ਬਿਲਕੁਲ ਧਿਆਨ ਦੇਣ ਵਾਲੀ ਗੱਲ ਹੈ। ਅਗਰ ਇੰਨੀ ਜੀ ਗੱਲ ਸਮਝ ਆ ਜਾਏ ਤੇ ਜ਼ਿੰਦਗੀ ਜਿਹੜੀ ਹੈ ਨਾ, ਉਹ ਇੱਥੇ ਹੀ ਸਵਰਗ ਹੈ। ਬਾਹਰ ਮਰਨ ਦੇ ਬਾਅਦ ਦੀ ਤੇ ਕਿਸੇ ਨੂੰ ਨਹੀਂ ਪਤਾ, ਪਰ ਇੱਥੇ ਹੀ ਜ਼ਿੰਦਗੀ ਜਿਹੜੀ ਹੈ ਉਹ ਸਵਰਗ ਬਣ ਜਾਂਦੀ ਹੈ। ਅਗਰ ਕੋਈ ਕਿਸੇ ਦਾ ਮਾੜਾ ਕਰ ਹੀ ਨਹੀਂ ਰਿਹਾ, ਕੋਈ ਫਿੱਕਾ ਬੋਲ ਹੀ ਨਹੀਂ ਰਿਹਾ, ਕੋਈ ਨਿੰਦਾ ਨਹੀਂ ਕਰ ਰਿਹਾ, ਚੁਗਲੀ ਨਹੀਂ ਕਰ ਰਿਹਾ, ਝੂਠ ਨਹੀਂ ਬੋਲ ਰਿਹਾ, ਫਰੇਬ ਨਹੀਂ ਕਰ ਰਿਹਾ, ਕਿਉਂਕਿ ਉਹਨੂੰ ਇੱਕ ਗੱਲ ਸਮਝ ਆ ਗਈ ਵੀ ਜੋ ਮੈਂ ਬੀਜਾਂਗਾ, ਅੱਜ ਮੈਂ ਅਗਰ ਕਿਸੇ ਨਾਲ ਝੂਠ ਬੋਲ ਰਿਹਾ ਤੇ ਕੱਲ ਨੂੰ ਮੇਰੇ ਨਾਲ ਵੀ ਝੂਠ ਬੋਲਿਆ ਜਾਏਗਾ। ਅਗਰ ਅੱਜ ਮੈਂ ਕਿਸੇ ਨਾਲ ਧੋਖਾ ਕੀਤਾ, ਕੱਲ ਨੂੰ ਮੇਰੇ ਨਾਲ ਵੀ ਧੋਖਾ ਹੋਏਗਾ। ਇਹ ਛੋਟੀ ਜੀ ਗੱਲ ਅਸੀਂ ਪੂਰੀ ਜ਼ਿੰਦਗੀ ਪੜ੍ਹਦੇ ਹਾਂ, ਆਪੇ ਬੀਜ ਆਪੇ ਹੀ ਖਾਓ। ਇਹ ਸਾਡੇ ਨਿਤਨੇਮ ਦਾ ਹਿੱਸਾ ਹੈ, ਪਰ ਫਿਰ ਵੀ ਅਸੀਂ ਕਿਤੇ ਨਾ ਕਿਤੇ ਫਸ ਜਾਂਦੇ ਹਾਂ ਮਾਇਆ ਵਿੱਚ। ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਬਚਾ ਲੈਣ। ਨਾਨਕ ਹੁਕਮੀ ਆਵੋ ਜਾਹੋ। ਨਾਨਕ, ਇਹ ਨਾਨਕ ਹੁਕਮੀ ਦਾ ਜਿਹੜਾ ਭਾਵ ਅਰਥ ਨਿਕਲਦਾ ਹੈ ਉਹ ਕਿਤੇ ਨਾ ਕਿਤੇ ਅਕਾਲ ਪੁਰਖ ਹੀ ਨਿਕਲਦਾ ਹੈ। ਜਿਵੇਂ ਅਸੀਂ ਪੜ੍ਹਿਆ ਸੀ, ਹੁਕਮੀ ਹੋਵਨ ਆਕਾਰ, ਉਸੇ ਤਰੀਕੇ ਦੇ ਨਾਲ ਹੁਕਮੀ ਤੋਂ ਭਾਵ ਅਕਾਲ ਪੁਰਖ। ਉਸ ਅਕਾਲ ਪੁਰਖ ਦੇ ਜੋ ਬਣਾਈ ਹੋਈ ਕੁਦਰਤ ਹੈ, ਜੋ ਬਣਾਇਆ ਹੋਇਆ ਨਿਯਮ ਹੈ, ਉਹਦੇ ਹਿਸਾਬ ਦੇ ਨਾਲ ਹੀ ਆਣਾ ਹੋਰ ਜਾਣਾ ਹੁੰਦਾ ਹੈ ਦੁਨੀਆ ਵਿੱਚ। ਕਹਿਣ ਤੋਂ ਭਾਵ ਇਹ ਹੈ ਕਿ ਅਗਰ ਉਹਦੇ ਬਣਾਏ ਹੋਏ ਮਾਰਗ ਤੇ ਕੋਈ ਸਹੀ ਤੁਰ ਗਿਆ ਤੇ ਜ਼ਿੰਦਗੀ ਸਫਲ, ਫਿਰ ਉਹਦਾ ਜਿਹੜਾ ਜਨਮ ਮਰਨ ਦਾ ਜਿਹੜਾ ਗੇੜ ਹੈ ਉਹ ਕੱਟ ਜਾਏਗਾ। ਅਗਰ ਉਹ ਨਹੀਂ ਤੁਰਦਾ, ਮੰਨ ਲਓ ਮੋਹ ਵਿੱਚ ਫਸ ਕੇ ਪ੍ਰਾਣ ਤਿਆਗਦਾ ਹੈ, ਤੇ ਕਿਤੇ ਨਾ ਕਿਤੇ ਉਸ ਨੂੰ ਵਾਪਸ ਆਣਾ ਹੀ ਪਵੇਗਾ। ਫਿਰ ਦੁਬਾਰਾ 84 ਲੱਖ ਜੂਨ ਭੁਗਤਣੀ ਹੀ ਪਵੇਗੀ, ਦੁਨੀਆ ਵਿੱਚ ਦੁਬਾਰਾ ਆਣਾ ਹੀ ਪਏਗਾ, ਕਿਉਂਕਿ ਗੁਰੂ ਸਾਹਿਬ ਦਾ ਫਰਮਾਨ ਹੈ। ਤਾਂ ਹੀ ਤੇ ਉਹਨਾਂ ਨੇ ਸਾਨੂੰ ਇਹ ਮੌਕਾ ਦਿੱਤਾ ਨਾ ਕਿ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ।
जिन्हें इस बरिया तो भाव ਹੁੰਦਾ मौका, यही तेरा मौका है। अगर इस मौके ਨੂੰ ਸਾਂਭ ਲਿਆ ਤੇ ਤੇਰਾ ਜਨਮ ਮਰਨ ਦਾ ਜਿਹੜਾ ਗੇੜ ਹੈ, ਜੋ ਚੱਕਰ ਹੈ, ਉਹ ਕੱਟ ਜਾਏਗਾ। ਹੁਣ ਅਸੀਂ ਕਵਾਂਗੇ ਬਈ ਮਰਨ ਦੇ ਬਾਅਦ ਕਿੰਨੇ ਵੇਖਿਆ ਕੀ ਹੋਏਗਾ, ਪਰ ਗੱਲ ਨੂੰ ਸਮਝਣਾ ਪਏਗਾ ਕਿ ਜਨਮ और ਮਰਨ ਇਹ ਦੋਨੋਂ ਹੀ ਦੁੱਖ ਹਨ। ਇਹਦੇ ਲਈ ਸਰੀਰ ਦੀ ਲੋੜ ਪੈਂਦੀ ਹੈ। ਅਗਰ ਸਰੀਰ ਨਹੀਂ ਤੇ ਕੁਝ ਨਹੀਂ। ਤੇ ਹੁਣ ਜੋ ਸਾਨੂੰ ਜੋ ਵੀ ਮਿਲ ਰਿਹਾ ਹੈ, ਉਹ ਸਾਡੇ ਜੋ ਅਸੀਂ ਪਹਿਲੇ ਕਰਮ ਕੀਤੇ ਸਨ, ਉਸ ਹਿਸਾਬ ਨਾਲ ਅਸੀਂ ਇਸ ਵੇਲੇ ਭੋਗ ਰਹੇ ਹਾਂ। ਤੇ ਗੁਰੂ ਸਾਹਿਬ ਵੀ ਜਾਣਦੇ ਆ ਕਿ ਅਸੀਂ ਦੁਨੀਆ ਵਿੱਚ ਦੁਬਾਰਾ ਆਣਾ ਹੀ ਨਹੀਂ ਆਣਾ। ਜੇ ਹੁਣ ਅਸੀਂ ਚੰਗੇ ਕਰਮ ਕਰ ਰਹੇ ਹਾਂ ਤੇ ਗੁਰੂ ਸਾਹਿਬ ਆਪ ਕਿਰਪਾ ਕਰਨਗੇ। ਤੇ ਹੁਣ ਵੀ ਜੋ ਆਉਣ ਵਾਲਾ ਸਾਡਾ ਸਮਾਂ ਹੈ ਨਾ, ਇਹ ਤੇ ਗੁਰੂ ਸਾਹਿਬ ਦੀ ਮੌਜ ਹੈ। ਅੱਜ ਕਿਸੇ ਨੇ ਇੱਕ ਛੋਟੀ ਜਿਹੀ ਗੱਲ ਸਮਝ ਲਈ, ਮੰਨ ਲਈ, ਤੇ ਉਹਦਾ ਤੇ ਅੱਜ ਤੋਂ ਹੀ ਸਮਝ ਲਓ ਕਿ ਜਿਹੜਾ ਜੀਵਨ ਹੈ ਉਹ ਬਿਲਕੁਲ ਬਦਲ ਜਾਏਗਾ, ਉਹਦਾ ਨਜ਼ਰੀਆ ਹੀ ਬਦਲ ਜਾਏਗਾ। ਤੇ ਉਹਦਾ ਤੇ ਆਉਣ ਵਾਲਾ ਜਿਹੜਾ ਸਮਾਂ ਉਹ ਸਾਰਾ ਸਫਲਾ ਹੀ ਸਫਲਾ ਹੈ ਨਾ। ਇਹ ਵੇਖਣਾ ਪਵੇਗਾ ਕਿ ਗੁਰੂ ਸਾਹਿਬ ਜਿਹੜੇ ਆ ਉਹ ਤੇ ਸਿਰਫ ਸਾਡੇ ਇੱਕ ਪੈਂਡੇ ਦੀ ਵੇਟ ਕਰ ਰਹੇ ਨਾ। ਪਹਿਲੇ ਵੀ ਐਗਜ਼ਾਮਪਲ ਦਿੱਤਾ, ਚਰਨ ਚਰਨ ਗੁਰ ਏਕ ਪੈਂਡਾ ਜਾਏ ਚੱਲ, ਸਤਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਤੂੰ ਇੱਕ ਵਾਰੀ ਇੱਕ ਕਦਮ ਪੁੱਟ ਕੇ ਤੇ ਵੇਖ। ਗੁਰੂ ਸਾਹਿਬ ਤੇ ਦੋਨੋਂ ਬਾਹਾਂ ਜਿਹੜੇ ਆ ਉਹ ਖਿਲਾਰ ਕੇ ਇੰਤਜ਼ਾਰ ਕਰਦੇ ਆ। ਸਿੱਖਾ, ਇੱਕ ਵਾਰੀ ਤੂੰ ਕਹਿ ਤੇ ਸਹੀ, ਇੱਕ ਵਾਰੀ ਤੂੰ ਕੋਸ਼ਿਸ਼ ਤੇ ਕਰ। ਅਸੀਂ ਸਾਰੇ ਸਿਰਫ ਤੇ ਸਿਰਫ ਕੋਸ਼ਿਸ਼ ਕਰ ਸਕਦੇ ਹਾਂ। ਉਹਦੀ ਜਿਹੜੀ ਨਜ਼ਰ ਹੈ ਨਾ, ਉਹਦੇ ਤੇ ਬੜਾ ਕੁਝ ਨਿਰਭਰ ਕਰਦਾ ਹੈ। ਅਗਰ ਇੱਕ ਕਿਸਾਨ ਹੈ, ਪੂਰਾ ਸਾਲ ਮਿਹਨਤ ਕਰਦਾ ਹੈ, ਪਰ ਕਿਤਨਾ ਕਿਤੇ ਉਹਨੂੰ ਕਿਹਦੇ ਉੱਪਰ ਡਿਪੈਂਡੈਂਟ ਹੋਣਾ ਪੈਂਦਾ ਹੈ। ਉਹਨੂੰ ਸਿਰਫ ਤੇ ਸਿਰਫ ਜਿਹੜੀ ਬਾਰਿਸ਼ ਹੈ, ਜਿਹੜੀ ਵਰਖਾ ਹੈ, ਉਸ ਤੇ ਨਿਰਭਰ ਹੋਣਾ ਪੈਂਦਾ ਹੈ ਕਿ ਬਈ ਅਗਰ ਬਾਰਿਸ਼ ਸਹੀ ਵੇਲੇ ਹੋ ਗਈ ਤੇ ਉਹਦੀ ਫਸਲ ਜਿਹੜੀ ਹੈ ਉਹ ਅੱਗੇ ਪ੍ਰਫੁੱਲਿਤ ਹੋ ਜਾਏਗੀ। ਅਦਰਵਾਈਜ਼ ਕੀ ਹੋਏਗੀ, ਖਰਾਬ ਹੋ ਜਾਏਗੀ ਅਗਰ ਗਲਤ ਟਾਈਮ ਤੇ ਹੋ ਗਈ ਤੇ। ਪਰ ਇਸੇ ਤਰੀਕੇ ਦੇ ਨਾਲ ਗੁਰੂ ਦੀ ਜਿਹੜੀ ਨਜ਼ਰ ਹੈ ਨਾ, ਉਹ ਸਾਡਾ ਇੰਤਜ਼ਾਰ ਕਰ ਰਹੀ ਹੈ। ਅਸੀਂ ਸਭ ਕੁਝ ਕਰ ਸਕਦੇ ਹਾਂ। ਗੁਰੂ ਸਾਹਿਬ ਨੇ ਸਾਨੂੰ ਅਜਿਹਾ ਬਣਾਇਆ ਹੈ, ਸਾਨੂੰ ਮੌਕਾ ਦਿੱਤਾ ਹੈ। ਇੱਕ ਬੰਦਾ ਜਿਹੜਾ ਉਹ ਆਪਣੇ ਇਹੀ ਪੈਰਾਂ ਦੇ ਨਾਲ ਸ਼ਰਾਬ ਦੇ ਠੇਕੇ ਤੇ ਜਾ ਰਿਹਾ, ਉਹਨੂੰ ਗੁਰੂ ਨਹੀਂ ਭੇਜ ਰਿਹਾ। ਗੁਰੂ ਸਾਹਿਬ ਨੇ ਉਹਨੂੰ ਤੇ ਪੈਰ ਦਿੱਤੇ ਕਿ ਭਾਈ ਤੂੰ ਸੰਗਤ ਕਰੀ, ਜਾ ਕੇ ਆਪਣੇ ਪੈਰਾਂ ਨੂੰ ਸਹੀ ਮਾਰਗ ਤੇ ਤੋਰੀ। ਹੁਣ ਉਹ ਸ਼ਰਾਬ ਦੇ ਠੇਕੇ ਤੇ ਵੜ ਗਿਆ। ਕੋਈ ਇਹਨਾਂ ਹੱਥਾਂ ਦੇ ਨਾਲ ਹੀ ਪਾਨ ਸੁਪਾਰੀਆਂ ਖਾ ਰਿਹਾ ਹੈ, ਸ਼ਰਾਬ ਪੀ ਰਿਹਾ ਹੈ। ਕੋਈ ਇਹਨਾਂ ਹੱਥਾਂ ਦੇ ਨਾਲ ਹੀ ਮਨੁੱਖਤਾ ਦੀ ਸੇਵਾ ਕਰ ਰਿਹਾ ਹੈ, ਗੁਰਦੁਆਰੇ ਜਾ ਕੇ ਲੰਗਰ ਦੀ ਸੇਵਾ ਕਰ ਰਿਹਾ ਹੈ, ਜੋੜੇ ਝਾੜ ਰਿਹਾ ਹੈ। ਤੇ ਹੁਣ ਵੇਖਣਾ ਪਏਗਾ ਨਾ, ਅੱਖਾਂ ਦਿੱਤੀਆਂ, ਕੋਈ ਬਸ ਗਾਂਧੀ ਵੇਖੀ ਜਾ ਰਿਹਾ, ਪੂਰੀ ਜ਼ਿੰਦਗੀ ਉਹਦੇ ਵਿੱਚ ਹੀ ਕੱਢ ਦਿੱਤੀ। ਤੇ ਕਈ ਹਨ ਜਿਨ੍ਹਾਂ ਨੂੰ ਵੇਲ ਹੀ ਨਹੀਂ, ਜਿਨ੍ਹਾਂ ਦਾ ਜਿਹੜਾ ਕਹਿੰਦੇ ਸੀ ਸਾਡਾ ਤੇ ਨਿਤਨੇਮ ਵੀ ਨਹੀਂ ਪੂਰਾ ਹੋ ਰਿਹਾ, ਉਹ ਨਿਤਨੇਮ ਵਿੱਚ ਹੀ ਖੁੱਬੇ ਰਹਿੰਦੇ ਆ। ਆਪਣਾ ਰੋਜ਼ ਕੁਛ ਨਾ ਕੁਛ ਨਿਤਨੇਮ ਵਿੱਚ ਵਾਧਾ ਕਰਕੇ, ਕੋਈ ਨਾ ਕੋਈ ਅਜਿਹਾ ਉਪਰਾਲਾ ਕਰਕੇ ਆਪਣੇ ਆਪ ਨੂੰ ਬਿਜ਼ੀ ਰੱਖਿਆ ਹੋਇਆ ਹੈ। ਤੇ ਦੇਖਣਾ ਪਵੇਗਾ ਕਿ ਸਾਡਾ ਅਸਲ ਮਨੋਰਥ ਕੀ ਹੈ, ਅਸੀਂ ਚਾਹੁੰਦੇ ਕੀ ਹੈ ਜ਼ਿੰਦਗੀ ਤੋਂ। ਜੇ ਅਸੀਂ ਆਨੰਦ ਚਾਹੁੰਦੇ ਹਾਂ ਤੇ ਸਾਨੂੰ ਆਨੰਦ ਹੀ ਵੰਡਣਾ ਪਏਗਾ ਨਾ। ਜੇ ਅਸੀਂ ਖੁਸ਼ੀ ਚਾਹੁੰਦੇ ਹਾਂ, ਖੇੜੇ ਚਾਹੁੰਦੇ ਹਾਂ, ਵੀ ਸਾਡੇ ਜੀਵਨ ਵਿੱਚ ਬਸ ਉਹ ਆਨੰਦ ਹੋਣਾ ਚਾਹੀਦਾ ਹੈ, ਤੇ ਸਾਨੂੰ ਵੀ ਕਿਤੇ ਨਾ ਕਿਤੇ ਉਹ ਆਨੰਦ ਦੇਣਾ ਪਏਗਾ, ਅੱਗੇ ਵੰਡਣਾ ਪਏਗਾ। ਉਹ ਤਾਂ ਹੀ ਦੇ ਪਾਵਾਂਗੇ ਜਦ ਅਸੀਂ ਸਾਡੇ ਕੋਲ ਕੋਈ ਚੀਜ਼ ਹੋਏਗੀ। ਤੇ ਸਾਨੂੰ ਦੇਣ ਵਾਲਾ ਕੌਣ ਹੈ? ਸਾਨੂੰ ਦੇਣ ਵਾਲਾ ਪਰਮਾਤਮਾ ਹੈ, ਜਾਂ ਕੋਈ ਅਜਿਹਾ ਮਨੁੱਖ ਜੋ ਆਪ ਸੱਚ ਵਿੱਚ ਉਹਦੇ ਨਾਲ ਜੁੜਿਆ ਹੋਏ। ਇਹ ਬੜਾ ਜ਼ਰੂਰੀ ਹੈ। ਤੇ ਹੁਣ ਸਾਨੂੰ ਤਾਂ ਨਹੀਂ ਪਤਾ ਲੱਗੇਗਾ ਕੌਣ ਅਸਲ ਵਿੱਚ ਜੁੜਿਆ, ਕਿਹਦਾ ਕੀ ਮਨੋਰਥ ਹੈ। ਅਸੀਂ ਕਿਸੇ ਦੇ ਅੰਦਰ ਝਾਤ ਮਾਰ ਕੇ ਨਹੀਂ ਦੇ ਸਕਦੇ। ਇਸ ਲਈ ਸਾਡਾ ਸਭ ਤੋਂ ਵੱਡਾ ਆਸਰਾ ਉਹ ਸਿਰਫ ਤੇ ਸਿਰਫ ਆਪ ਹੈ, ਉਹ ਅਕਾਲ ਹੈ, ਉਹ ਵਾਹਿਗੁਰੂ ਹੈ, ਉਹ ਪਰਮਾਤਮਾ ਹੈ, ਉਹ ਅੱਲਾ ਹੈ, ਉਹ ਰਾਮ ਹੈ। ਉਹਦੇ ਨਾਮ ਵੱਖ-ਵੱਖ ਨੇ ਪਰ ਹੈ ਉਹ ਇੱਕੋ ਹੀ। ਤੇ ਗੁਰੂ ਸਾਹਿਬ ਸਭ ਤੇ ਕਿਰਪਾ ਕਰਨ, ਸਭ ਦਾ ਜਨਮ ਮਰਨ ਦਾ ਜਿਹੜਾ ਗੇੜ ਹੈ ਉਹ ਕੱਟੇ। ਅਸੀਂ ਸਾਰੇ ਸਮਝੀਏ ਕਿ ਜੋ ਅਸੀਂ ਬੀਜਾਂਗੇ ਉਹੀ ਫਲ ਸਾਨੂੰ ਮਿਲੇਗਾ। ਜੇ ਗੁਰੂ ਸਾਹਿਬ ਦੀ ਕਿਰਪਾ ਹੋ ਗਈ ਤੇ ਉਹਦੀ ਨਜ਼ਰ ਨਾਲ ਸਾਡਾ ਜਨਮ ਮਰਨ ਦਾ ਜਿਹੜਾ ਗੇੜ ਹੈ ਉਹ ਕੱਟ ਸਕਦਾ ਹੈ। ਹਮੇਸ਼ਾ ਦੀ ਤਰ੍ਹਾਂ ਬੇਨਤੀ ਹੈ, ਅਗਰ ਆਪ ਜੀ ਦਾ ਕੋਈ ਸਵਾਲ ਹੋਏ ਆਪ ਜੀ ਕਮੈਂਟ ਬਾਕਸ ਤੇ ਲਿਖ ਸਕਦੇ ਹੋ। ਜਿੰਨੀ ਜਲਦੀ ਹੋ ਸਕੇ ਆਪ ਜੀ ਨੂੰ ਬਿਲਕੁਲ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਜਾਏਗੀ ਜੀ। ਅੱਗੇ ਤਾਂ ਆਪ ਜੀ ਨੂੰ ਪਤਾ ਹੀ ਹੈ, ਆਪ ਜੀ ਦੀ ਸਕਰੀਨ ਤੇ ਆ ਰਿਹਾ ਹੈ, ਇਹ ਆਪ ਜੀ ਨੂੰ ਪਤਾ ਹੈ। ਭੁੱਲਾ ਚੁੱਕਾ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।